हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਪੰਜਾਬ ਟੈਟ ਐਗਜ਼ਾਮ ਲਈ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਪੇਪਰ 1 ਅਤੇ ਪੇਪਰ 2 ਲਈ ਅਗਲੇ ਇੰਪੋਰਟੈਂਟ MCQ ਲੈ ਕੇ ਆਏ ਹਾਂ, ਜੋ ਐਕਸਪੈਕਟਡ MCQ ਨੇ ਐਗਜ਼ਾਮ ਦੇ ਵਿੱਚ ਤੁਹਾਡੇ ਤੋਂ ਪੁੱਛੇ ਜਾ ਸਕਦੇ ਨੇ। ਸੋ ਡੇਲੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨਾਲ ਤੇ ਪ੍ਰੈਸ ਜ਼ਰੂਰ ਕਰ ਲਿਓ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 15 ਤੋਂ ਸਟਾਰਟ ਕਰਾਂਗੇ। ਅਧਿਆਪਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਜਿਹੜਾ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ। ਅਧਿਆਪਨ ਯਾਨੀ ਕਿ ਟੀਚਿੰਗ ਗੁੰਝਲਦਾਰ ਪ੍ਰਸ਼ਨ ਪੁੱਛਣੇ ਚਾਹੀਦੇ ਹੈ, ਆਡੀਓ ਵਿਜ਼ੂਅਲ ਉਪਕਰਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਾਂ ਫਿਰ ਵਿਵਹਾਰਕ ਪਰਿਸਥਿਤੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਨੇ, ਜਾਂ ਫਿਰ ਉਪਰੋਕਤ ਸਭ ਕੁਝ ਕਰਨਾ ਚਾਹੀਦਾ ਹੈ। ਤਾਂ ਅਧਿਆਪਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਅਧਿਆਪਕ ਨੂੰ ਜਿਹੜਾ ਉਪਰੋਕਤ ਸਾਰਾ ਕੁਝ ਜਿਹੜਾ ਕਰਨਾ ਚਾਹੀਦਾ ਹੈ। ਗੁੰਝਲਦਾਰ ਪ੍ਰਸ਼ਨ ਉੱਤਰ ਹੁੰਦੇ ਜਿਹੜੇ ਉਹ ਵੀ ਪੁੱਛਣੇ ਚਾਹੀਦੇ ਹੈ। ਆਡੀਓ ਵਿਜ਼ੂਅਲ ਉਪਕਰਨ ਹੁੰਦੇ ਜਿਹੜੇ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਵਿਵਹਾਰਕ ਪਰਿਸਥਿਤੀਆਂ ਹੁੰਦੀਆਂ ਨੇ ਜਿਹੜੀਆਂ ਇਹਨਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਸੋ ਸਭ ਕੁਝ ਕਰਨਾ ਚਾਹੀਦਾ ਹੈ। ਆਪਸ਼ਨ 4 ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸਿੱਖਣਾ ਵਧੀਆ ਬਣ ਜਾਂਦਾ ਹੈ। ਕਦੋਂ ਬਣ ਜਾਂਦਾ ਹੈ? ਜਦੋਂ ਵਿਦਿਆਰਥੀਆਂ ਲਈ ਉਦੇਸ਼ ਹੈ ਜਿਹੜੇ ਸਪਸ਼ਟ ਹੋਣ, ਅਧਿਆਪਕ ਲਈ ਉਦੇਸ਼ ਸਪਸ਼ਟ ਹੋਣ, ਸਹਾਇਤਾ ਦਿੱਤੀ ਜਾਵੇ, ਜਾਂ ਫਿਰ ਅਧਿਆਪਕ ਹੈ ਜਿਹੜਾ ਪ੍ਰਭਾਵਸ਼ਾਲੀ ਢੰਗ ਨਾਲ ਜਿਹੜਾ ਉਹ ਪੜ੍ਹਾਵੇ। ਤਾਂ ਇਹਦਾ ਰਾਈਟ ਆਨਸਰ ਬਣੇਗਾ ਆਪਸ਼ਨ ਪਹਿਲਾ, ਸਿੱਖਣਾ ਉਦੋਂ ਵਧੀਆ ਬਣ ਜਾਂਦਾ ਹੈ ਜਦੋਂ ਵਿਦਿਆਰਥੀਆਂ ਲਈ ਉਦੇਸ਼ ਨੇ ਜਿਹੜੇ ਉਹ ਸਪਸ਼ਟ ਹੋਣ। ਤਾਂ ਆਪਸ਼ਨ ਏ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਅਧਿਆਪਕਾਂ ਲਈ ਅਧਿਆਪਨ ਤੋਂ ਕੀ ਭਾਵ ਹੁੰਦਾ ਹੈ? ਗਿਆਨ ਦਾ ਸੰਗ੍ਰਹਿ, ਵਿਸ਼ਵਾਸਾਂ ਦੀ ਪ੍ਰਣਾਲੀ, ਇੱਕ ਕਾਰਜ ਪ੍ਰਣਾਲੀ, ਜਾਂ ਫਿਰ ਇੱਕ ਕਿੱਤਾ। ਤਾਂ ਅਧਿਆਪਕਾਂ ਲਈ ਅਧਿਆਪਨ ਤੋਂ ਜਿਹੜਾ ਭਾਵ ਹੁੰਦਾ ਹੈ ਉਹ ਇੱਕ ਕਾਰਜ ਪ੍ਰਣਾਲੀ ਹੁੰਦਾ ਹੈ। ਆਪਸ਼ਨ ਸੀ ਰਾਈਟ ਆਨਸਰ ਆਏਗਾ। ਅਧਿਆਪਨ ਹੈ, ਅਧਿਆਪਨ ਕੀ ਹੈ? ਟੀਚਿੰਗ ਇਜ਼ ਕੀ ਹੈ? ਦੱਸਣਾ, ਆਤਮ ਪੜਚੋਲ, ਅਧਿਆਪਕ ਅਤੇ ਸਿੱਖਿਆ ਵਿਚਕਾਰ ਇੱਕ ਕੜੀ, ਜਾਂ ਅਧਿਆਪਕ ਸਿੱਖਿਅਕ ਅਤੇ ਸਿੱਖਿਆ ਦੇ ਸਮਾਨ ਵਿਚਕਾਰ ਇੱਕ ਕੜੀ। ਤਾਂ ਜਿਹੜਾ ਅਧਿਆਪਕ ਹੈ ਉਹ ਆਪਸ਼ਨ 4 ਰਾਈਟ ਆਨਸਰ ਬਣੇਗਾ। ਸਿੱਖਿਅਕ ਜੋ ਸਿੱਖ ਰਿਹਾ ਅਤੇ ਸਿੱਖਿਆ ਦੇ ਸਮਾਨ ਦੇ ਵਿਚਕਾਰ ਹੈ ਜੋ ਇੱਕ ਕੜੀ ਹੁੰਦੀ ਹੈ, ਜੋ ਟੀਚਿੰਗ ਹੈ, ਪੜ੍ਹਾਉਣਾ ਹੁੰਦਾ ਹੈ। ਤਾਂ ਆਪਸ਼ਨ ਡੀ ਅਤੇ ਇਸ ਹਿਸਾਬ ਨਾਲ ਆਪਸ਼ਨ 4 ਜਿਹੜਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸਿੱਖਿਆ ਦਾ ਪਰਿਣਾਮ ਹੈ। ਸਿੱਖਿਆ ਦਾ ਕੀ ਪਰਿਣਾਮ ਹੁੰਦਾ ਹੈ? ਆਤਮ ਯਥਾਰਥੀਕਰਨ, ਆਤਮ ਪੜਚੋਲ, ਸਿੱਖਣਾ, ਜਾਂ ਫਿਰ ਕਿਰਿਆਸ਼ੀਲਤਾ। ਤਾਂ ਸਿੱਖਿਆ ਦਾ ਪਰਿਣਾਮ ਯਾਨੀ ਕਿ ਰਿਜ਼ਲਟ, ਟੀਚਿੰਗ ਰਿਜ਼ਲਟਸ ਇਨ, ਤਾਂ ਇਹ ਹੁੰਦਾ ਜੀ ਲਰਨਿੰਗ ਯਾਨੀ ਕਿ ਸਿੱਖਣਾ। ਸਿੱਖਿਆ ਦਾ ਪਰਿਣਾਮ ਹੈ ਜਿਹੜਾ ਉਹ ਸਿੱਖਣਾ ਹੁੰਦਾ ਹੈ। ਆਪਸ਼ਨ 3 ਰਾਈਟ ਆਨਸਰ ਬਣੇਗਾ। ਵਧੀਆ ਅਧਿਆਪਨ ਕਿਹੜਾ ਹੁੰਦਾ ਹੈ? ਟੀਚਾ ਮੁਖੀ, ਕਿਰਿਆ ਮੁਖੀ, ਇਨਾਮ ਮੁਖੀ, ਜਾਂ ਫਿਰ ਇਹਨਾਂ 'ਚੋਂ ਕੋਈ ਨਹੀਂ। ਤਾਂ ਗੁੱਡ ਟੀਚਿੰਗ ਇਜ਼ ਜਿਹੜਾ ਹੁੰਦਾ ਹੈ ਉਹ ਟੀਚਾ ਮੁਖੀ ਹੁੰਦਾ ਹੈ, ਜੋ ਟੀਚਾ ਮੰਨ ਕੇ ਕਰਾਇਆ ਜਾਂਦਾ ਹੈ। ਆਪਸ਼ਨ 1 ਯਾਨੀ ਕਿ ਏ ਰਾਈਟ ਆਨਸਰ ਬਣੇਗਾ। ਅਧਿਆਪਨ ਵਿੱਚ ਕੀ ਸ਼ਾਮਿਲ ਹੁੰਦਾ ਹੈ? ਪ੍ਰੌੜ ਵਿਅਕਤੀ, ਦੋਵੇਂ ਤਰ੍ਹਾਂ ਦੇ ਵਿਅਕਤੀ, ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਨਹੀਂ। ਅਧਿਆਪਨ ਯਾਨੀ ਕਿ ਟੀਚਿੰਗ ਇਨਵੋਲਵਸ, ਤਾਂ ਇਹਦੇ ਵਿੱਚ ਦੋਵੇਂ ਤਰ੍ਹਾਂ ਦੇ ਵਿਅਕਤੀ ਸ਼ਾਮਿਲ ਹੁੰਦੇ ਨੇ, ਇਸ ਕਰਕੇ ਆਪਸ਼ਨ 3 ਰਾਈਟ ਆਨਸਰ ਬਣੇਗਾ। ਅਪਰੋੜ ਵਿਅਕਤੀ ਵੀ ਅਤੇ ਪ੍ਰੌੜ ਵਿਅਕਤੀ ਵੀ। ਅਗਲਾ ਪ੍ਰਸ਼ਨ ਹੈ, ਅਧਿਆਪਨ ਹੈ। ਅਧਿਆਪਨ ਕੀ ਹੈ? 2 ਧਰੂਵੀ ਪ੍ਰਕਿਰਿਆ ਹੈ, 1 ਧਰੂਵੀ ਪ੍ਰਕਿਰਿਆ ਹੈ, 3 ਧਰੂਵੀ ਪ੍ਰਕਿਰਿਆ, ਜਾਂ ਫਿਰ 5 ਧਰੂਵੀ ਪ੍ਰਕਿਰਿਆ। ਤਾਂ ਅਧਿਆਪਨ ਹੈ ਜਿਹੜਾ ਉਹ 3 ਧਰੂਵੀ ਪ੍ਰਕਿਰਿਆ ਹੈ। ਤਾਂ ਆਪਸ਼ਨ 3 ਰਾਈਟ ਆਨਸਰ ਆਏਗਾ। ਅਧਿਆਪਨ ਹੋ ਗਿਆ, ਅਧਿਆਪਕ ਹੋ ਗਿਆ ਅਤੇ ਸਿੱਖਿਅਕ, ਇਸ ਕਰਕੇ ਇਸ ਨੂੰ 3 ਧਰੂਵੀ ਪ੍ਰਕਿਰਿਆ ਜਿਹੜਾ ਕਹੀ ਜਾਂਦਾ ਹੈ। ਅੱਗੇ ਅਧਿਆਪਨ ਕੀ ਹੈ? ਇੱਕ ਯੋਜਨਾਬੱਧ ਕਾਰਜ ਪ੍ਰਣਾਲੀ, ਗੈਰ ਯੋਜਨਾਬੱਧ ਕਾਰਜ ਪ੍ਰਣਾਲੀ, ਤੰਗ ਕਾਰਜ ਪ੍ਰਣਾਲੀ, ਜਾਂ ਫਿਰ ਵਿਸ਼ਾਲ ਕਾਰਜ ਪ੍ਰਣਾਲੀ। ਤਾਂ ਜਿਹੜਾ ਅਧਿਆਪਨ ਹੈ ਉਹ ਇੱਕ ਯੋਜਨਾਬੱਧ ਕਾਰਜ ਪ੍ਰਣਾਲੀ ਹੈ। ਆਪਸ਼ਨ ਏ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਅਧਿਆਪਨ ਬੱਚੇ ਨੂੰ ਡੈਸ਼ ਬਣਾਉਣ ਦੇ ਵਿੱਚ ਸਹਾਇਤਾ ਕਰਦਾ ਹੈ। ਕੀ ਬਣਾਉਣ 'ਚ ਸਹਾਇਤਾ ਕਰਦਾ? ਅਧਿਆਪਨ ਹੈ ਜਿਹੜਾ ਸਿਆਣਾ, ਪ੍ਰਭਾਵਸ਼ਾਲੀ ਅਤੇ ਯੋਗ।
ਤਾਂ ਅਧਿਆਪਨ ਜਿਹੜਾ ਪੜ੍ਹਾਉਣਾ ਹੈ ਬੱਚੇ ਨੂੰ ਉਹ ਪ੍ਰਭਾਵਸ਼ਾਲੀ ਅਤੇ ਯੋਗ ਬਣਾਉਣ ਦੇ ਵਿੱਚ ਸਹਾਇਤਾ ਕਰਦਾ ਹੈ। ਆਪਸ਼ਨ 4 ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਅਧਿਆਪਨ ਵਿਕਾਸ ਹੈ ਜਿਹੜਾ ਲਿਆਉਂਦਾ ਹੈ ਬੱਚੇ ਦੇ ਵਿੱਚ, ਕਿਸ਼ੋਰ ਦੇ ਵਿੱਚ, ਬਾਲਗ ਵਿੱਚ ਜਾਂ ਫਿਰ ਇਹਨਾਂ ਸਾਰਿਆਂ ਦੇ ਵਿੱਚ। ਤਾਂ ਅਧਿਆਪਕ ਆ ਜਿਹੜਾ ਇਹਨਾਂ ਸਾਰਿਆਂ ਦੇ ਵਿੱਚ ਹੀ ਜਿਹੜਾ ਵਿਕਾਸ ਲਿਆਉਂਦਾ ਹੈ, ਜਿਹਦੇ ਵਿੱਚ ਬੱਚੇ ਵੀ ਆ ਜਾਂਦੇ ਆ, ਕਿਸ਼ੋਰ ਵੀ ਆ ਜਾਂਦੇ ਆ ਅਤੇ ਬਾਲਗ ਵੀ ਆ ਜਾਂਦੇ ਆ। ਅਗਲਾ ਪ੍ਰਸ਼ਨ ਹੈ ਗੈਰ ਰਸਮੀ ਸਿੱਖਿਆ ਇਹ ਕਿੱਥੋਂ ਸ਼ੁਰੂ ਹੁੰਦੀ ਹੈ? ਬੱਚੇ ਦੇ ਸਕੂਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਜਾਂ ਬੱਚੇ ਦੇ ਸਕੂਲ ਵਿੱਚ ਦਾਖਲ ਹੋਣ ਤੋਂ ਬਾਅਦ ਜਾਂ ਬੱਚੇ ਦੇ ਸਕੂਲ ਛੱਡਣ ਤੋਂ ਬਾਅਦ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਗੈਰ ਰਸਮੀ ਸਿੱਖਿਆ ਜਿਹੜੀ ਉਹ ਬੱਚੇ ਦੇ ਦਾਖਲ ਹੋਣ ਤੋਂ ਪਹਿਲਾਂ ਜਿਹੜੀ, ਜਦੋਂ ਬੱਚਾ ਸਕੂਲ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੁੰਦਾ ਹੈ ਉਦੋਂ ਸ਼ੁਰੂ ਹੁੰਦੀ ਹੈ। ਜੋ ਸਕੂਲ ਤੋਂ ਬਾਹਰ ਸਿੱਖਿਆ ਦਿੱਤੀ ਜਾਂਦੀ ਹੈ ਉਸ ਨੂੰ ਗੈਰ ਰਸਮੀ ਸਿੱਖਿਆ ਜਿਹੜੀ ਉਹ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਰਸਮੀ ਸਿੱਖਿਆ ਦਿੱਤੀ ਜਾਂਦੀ ਹੈ, ਰਸਮੀ ਸਿੱਖਿਆ ਜਿਹੜੀ ਉਹ ਕਿੱਥੇ ਦਿੱਤੀ ਜਾਂਦੀ ਹੈ? ਸੋ ਇਹਦਾ ਆਨਸਰ ਤੁਹਾਨੂੰ ਆਪਣੇ ਆਪ ਪਤਾ ਚੱਲ ਗਿਆ ਹੋਵੇਗਾ, ਸਕੂਲ ਦੇ ਵਿੱਚ। ਰਸਮੀ ਸਿੱਖਿਆ ਸਕੂਲ ਦੇ ਵਿੱਚ ਦਿੱਤੀ ਜਾਂਦੀ ਹੈ, ਗੈਰ ਰਸਮੀ ਹੈ ਜਿਹੜੀ ਉਹ ਬਾਹਰਲੀ ਸਿੱਖਿਆ ਹੁੰਦੀ ਹੈ, ਜੋ ਸਕੂਲ ਤੋਂ ਬਾਹਰ ਬੱਚਾ ਸਿੱਖਦਾ ਹੈ। ਉਦਾਹਰਨ ਦੇ ਤੌਰ 'ਤੇ ਜਿਵੇਂ ਆਪਣੇ ਪਰਿਵਾਰ ਦੇ ਵਿੱਚ ਜੋ ਸਿੱਖਿਆ ਮਾਤਾ ਪਿਤਾ ਦੁਆਰਾ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਗੈਰ ਰਸਮੀ ਸਿੱਖਿਆ ਜਿਹੜਾ ਕਿਹਾ ਜਾਂਦਾ ਹੈ। ਸੋ ਅੱਗੇ ਗੈਰ ਰਸਮੀ ਸਿੱਖਿਆ ਤੋਂ ਕੀ ਭਾਵ ਹੁੰਦਾ ਹੈ? ਗੈਰ ਯੋਜਨਾਬੰਦ ਸਿੱਖਿਆ, ਕਾਲਜ ਵਿੱਚ ਸਿੱਖਿਆ, ਦੂਰਵਰਤੀ ਏਜੰਸੀਆਂ ਰਾਹੀਂ ਸਿੱਖਿਆ ਜਾਂ ਫਿਰ ਯੂਨੀਵਰਸਿਟੀ ਦੇ ਵਿੱਚ ਸਿੱਖਿਆ। ਤਾਂ ਗੈਰ ਰਸਮੀ ਸਿੱਖਿਆ ਤੋਂ ਭਾਵ ਹੁੰਦਾ ਹੈ ਦੂਰਵਰਤੀ ਏਜੰਸੀਆਂ ਰਾਹੀਂ ਸਿੱਖਿਆ ਪ੍ਰਾਪਤ ਕਰਨਾ, ਅਤੇ ਇਸ ਨੂੰ ਗੈਰ ਰਸਮੀ ਸਿੱਖਿਆ ਜਿਹੜਾ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਅਧਿਆਪਨ ਹੈ, ਅਧਿਆਪਨ ਕੀ ਹੈ? ਟੀਚਿੰਗ ਇਜ਼ ਐਨ ਕਲਾ ਹੈ, ਵਿਗਿਆਨ ਹੈ ਜਾਂ ਦੋਨੋਂ ਨੇ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਅਧਿਆਪਨ ਹੈ ਜਿਹੜਾ ਉਹ ਇੱਕ ਕਲਾ ਹੈ, ਆਰਟ ਹੈ। ਆਪਸ਼ਨ ਏ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਵਧੀਆ ਅਧਿਆਪਨ ਵਿਕਾਸ ਕਰਦਾ ਹੈ, ਕਿਸ ਦਾ ਵਿਕਾਸ ਕਰਦਾ ਹੈ? ਭਾਵਨਾਤਮਕ ਪ੍ਰੌੜਤਾ ਦਾ, ਭਾਵਨਾਤਮਕ ਸਥਿਰਤਾ ਦਾ ਜਾਂ ਭਾਵਨਾਤਮਕ ਤਣਾਅ ਦਾ ਜਾਂ ਭਾਵਨਾਤਮਕ ਬੰਦਿਸ਼ਾਂ ਦਾ। ਤਾਂ ਵਧੀਆ ਅਧਿਆਪਨ ਹੈ ਜਿਹੜਾ ਗੁੱਡ ਟੀਚਿੰਗ ਹੈ ਜਿਹੜਾ ਉਹ ਡਿਵੈਲਪ ਕਰਦਾ ਹੈ ਭਾਵਨਾਤਮਕ ਪ੍ਰੌੜਤਾ ਦਾ। ਆਪਸ਼ਨ ਏ ਜਿਹਨੂੰ ਆਪਾਂ ਇਮੋਸ਼ਨਲ ਮੈਚੁਰਿਟੀ ਕਿਹਾ ਜਾਂਦਾ ਹੈ, ਵਧੀਆ ਅਧਿਆਪਨ ਵਿਕਾਸ ਕਰਦਾ ਹੈ। ਇਹੀ ਕੁਐਸਚਨ ਹੈ, ਆਪਸ਼ਨਾਂ ਬਦਲ ਗਈਆਂ, ਰੁਚੀਆਂ ਦਾ, ਵਤੀਰੇ ਦਾ, ਵਿਅਕਤੀਤਵ ਦਾ ਜਾਂ ਫਿਰ ਰੁਝਾਨ ਦਾ। ਤਾਂ ਵਧੀਆ ਅਧਿਆਪਕ ਹੈ ਜਿਹੜਾ ਉਹ ਵਿਅਕਤੀਤਵ ਦਾ ਵਿਕਾਸ ਕਰਦਾ ਹੈ। ਗੁੱਡ ਟੀਚਿੰਗ ਹੈ ਜਿਹੜਾ ਪਰਸਨੈਲਿਟੀ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਵਿਅਕਤੀਤਵ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਦੂਰਵਰਤੀ ਸਿੱਖਿਆ ਤੋਂ ਕੀ ਭਾਵ ਹੁੰਦਾ ਹੈ? ਦੂਰੀ ਤੋਂ ਪੜ੍ਹਾਉਣਾ, ਪੱਤਰ ਵਿਹਾਰ ਰਾਹੀਂ ਅਧਿਆਪਨ, ਪੜ੍ਹਾਉਣ ਦੇ ਸਮਾਨ ਦੀ ਵਿਵਸਥਾ ਜਾਂ ਇੱਕ ਪੱਖੀ ਸਿੱਖਿਆ। ਤਾਂ ਦੂਰਵਰਤੀ ਸਿੱਖਿਆ ਤੋਂ ਭਾਵ ਇਸ ਦਾ ਅਰਥ ਹੁੰਦਾ ਹੈ ਪੱਤਰ ਵਿਹਾਰ ਰਾਹੀਂ ਅਧਿਆਪਨ ਕਰਨਾ। ਆਪਸ਼ਨ 2 ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਦੂਰਵਰਤੀ ਸਿੱਖਿਆ ਦੇ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਹੈ ਜਿਹੜਾ ਠੀਕ ਨਹੀਂ ਹੈ? ਆਮਣੋ ਸਾਹਮਣੇ ਦੀ ਸੰਬੰਧਤਾ, ਪ੍ਰਮਾਣ ਪੱਤਰ ਦੀ ਵਿਵਸਥਾ, ਪਰਸਪਰ ਕਾਰਜਕ੍ਰਮ ਦਾ ਹੋਣਾ ਜਾਂ ਫਿਰ ਪ੍ਰੀਖਿਆਵਾਂ ਦਾ ਹੋਣਾ। ਤਾਂ ਦੂਰਵਰਤੀ ਸਿੱਖਿਆ ਦੇ ਬਾਰੇ ਜਿਹੜਾ ਕਥਨ ਸਹੀ ਨਹੀਂ ਹੈ ਉਹ ਆਏਗਾ ਆਪਸ਼ਨ ਪਹਿਲੀ, ਆਮਣੇ ਸਾਹਮਣੇ ਦੀ ਸੰਬੰਧਤਾ, ਫੇਸ ਟੂ ਫੇਸ ਇੰਟੀਗ੍ਰੇਸ਼ਨ। ਅਗਲਾ ਪ੍ਰਸ਼ਨ ਹੈ ਦੂਰਵਰਤੀ ਸਿੱਖਿਆ ਦਾ ਢੰਗ ਕੀ ਹੈ? ਅਨਿਯਮਿਤ ਸਿੱਖਿਆ ਦਾ, ਰਸਮੀ ਸਿੱਖਿਆ ਦਾ, ਗੈਰ ਰਸਮੀ ਸਿੱਖਿਆ ਦਾ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਦੂਰਵਰਤੀ ਸਿੱਖਿਆ ਜਿਹੜੀ ਢੰਗ ਹੈ ਜਿਹਨੂੰ ਆਪਾਂ ਡਿਸਟੈਂਸ ਐਜੂਕੇਸ਼ਨ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ, ਦੂਰਵਰਤੀ ਸਿੱਖਿਆ। ਤਾਂ ਇਹਦਾ ਰਾਈਟ ਆਨਸਰ ਬਣੇਗਾ ਜੀ ਆਪਸ਼ਨ 3 ਗੈਰ ਰਸਮੀ ਸਿੱਖਿਆ। ਜਿਵੇਂ ਆਪਾਂ ਪਹਿਲਾਂ ਪੜ੍ਹਿਆ ਦੂਰਵਰਤੀ ਸਿੱਖਿਆ ਤੋਂ ਭਾਵ ਹੁੰਦਾ ਹੈ ਪੱਤਰ ਵਿਹਾਰ ਰਾਹੀਂ ਅਧਿਆਪਨ ਕਰਨਾ। ਤਾਂ ਇਹੀ ਦੂਰਵਰਤੀ ਸਿੱਖਿਆ ਜਿਹੜੀ ਢੰਗ ਹੈ ਉਹ ਗੈਰ ਰਸਮੀ ਸਿੱਖਿਆ ਦਾ ਇੱਕ ਢੰਗ ਹੈ। ਆਪਸ਼ਨ 3 ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਇੱਕ ਅਧਿਆਪਕ ਦੇ ਤੌਰ 'ਤੇ ਤੁਸੀਂ ਅਧਿਆਪਨ ਦਾ ਕਿਹੜਾ ਢੰਗ ਹੈ ਜਿਹੜਾ ਅਪਣਾਉਣ ਨੂੰ ਤਰਜੀਹ ਦਿਓਗੇ? ਲੈਕਚਰ, ਪ੍ਰਦਰਸ਼ਨ, ਪ੍ਰਸ਼ਨ ਉੱਤਰ ਪ੍ਰਣਾਲੀ ਜਾਂ ਫਿਰ ਪ੍ਰੋਜੈਕਟ ਦਾ
ਤਰੀਕਾ। ਤਾਂ ਇਹਦਾ ਰਾਈਟ ਆਨਸਰ ਬਣੇਗਾ ਜੀ ਆਪਸ਼ਨ 4। ਇੱਕ ਅਧਿਆਪਕ ਹੋਣ ਦੇ ਤੌਰ 'ਤੇ ਤੁਸੀਂ ਜਿਹੜਾ ਆਪਣਾ ਅਧਿਆਪਨ ਦਾ ਯਾਨੀ ਕਿ ਪੜ੍ਹਾਉਣ ਦਾ ਢੰਗ ਹੈ ਉਹ ਪ੍ਰੋਜੈਕਟ ਦਾ ਤਰੀਕਾ ਅਪਣਾਉਣ ਨੂੰ ਤਰਜੀਹ ਦਿਓਗੇ। ਆਪਸ਼ਨ 4 ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਵਿਦਿਆਰਥੀਆਂ ਨੂੰ ਕਲਾਸ ਦੇ ਵਿੱਚ ਕਿਰਿਆਸ਼ੀਲ ਅਤੇ ਸੁਚੇਤ ਕੀ ਕਰਦਾ ਹੈ? ਪ੍ਰਭਾਵਸ਼ਾਲੀ ਲੈਕਚਰ, ਪੇਸ਼ਕਾਰੀ ਵਿੱਚ ਭਿੰਨਤਾ, ਉਦਾਹਰਨਾਂ ਜਾਂ ਫਿਰ ਰੰਗਦਾਰ ਰੇਖਾ ਚਿੱਤਰ। ਤਾਂ ਵਿਦਿਆਰਥੀ ਨੂੰ ਕਲਾਸ ਦੇ ਵਿੱਚ ਕਿਰਿਆਸ਼ੀਲ ਅਤੇ ਜੋ ਸੁਚੇਤ ਕਰਦਾ ਹੈ ਤਾਂ ਉਹ ਕਰਦਾ ਜੀ ਪੇਸ਼ਕਾਰੀ ਦੇ ਵਿੱਚ ਭਿੰਨਤਾ। ਜੋ ਤੁਸੀਂ ਪੇਸ਼ ਕਰ ਰਹੇ ਹੋ ਤਾਂ ਉਹਦੇ ਵਿੱਚ ਕੀ ਭਿੰਨਤਾ ਹੈ? ਸੋ ਆਪਸ਼ਨ 2 ਹੈ ਜਿਹੜਾ ਰਾਈਟ ਆਨਸਰ ਬਣੇਗਾ। ਵੈਰਾਈਟੀ ਇਨ ਦਾ ਪ੍ਰੈਜੈਂਟੇਸ਼ਨ, ਸੋ ਇਹਨੂੰ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਕਲਾਸ ਵਿੱਚ ਪਾਠ ਪੜ੍ਹਾਉਣ ਤੋਂ ਬਾਅਦ ਪੁੱਛੇ ਗਏ ਸਵਾਲ ਦਾ ਸਹੀ ਉੱਤਰ ਕੋਈ ਵੀ ਨਹੀਂ ਦਿੰਦਾ ਤਾਂ ਤੁਸੀਂ ਕੀ ਪ੍ਰਤੀਕਿਰਿਆ ਕਰੋਗੇ? ਸਾਰੀ ਕਲਾਸ 'ਤੇ ਚਲਾਓਗੇ, ਨਜ਼ਰ ਅੰਦਾਜ਼ ਕਰੋਗੇ, ਉਹਨਾਂ ਨੂੰ ਯਾਦ ਕਰਨ ਲਈ ਕਹੋਗੇ ਜਾਂ ਅਧਿਆਪਨ ਦੇ ਢੰਗ 'ਤੇ ਪੁਨਰ ਵਿਚਾਰ ਕਰਕੇ ਇਸ ਦੀ ਦੁਬਾਰਾ ਵਿਆਖਿਆ ਕਰੋਗੇ? ਤਾਂ ਇਹਦਾ ਰਾਈਟ ਆਨਸਰ ਬਣੇਗਾ ਆਪਸ਼ਨ 4। ਅਗਰ ਤੁਸੀਂ ਕਲਾਸ ਦੇ ਵਿੱਚ ਪੜ੍ਹਾਉਂਦੇ ਹੋ ਤਾਂ ਇਸ ਤੋਂ ਬਾਅਦ ਤੁਸੀਂ ਵਿਦਿਆਰਥੀ ਨੂੰ ਸਵਾਲ ਪੁੱਛਦੇ ਹੋ ਅਤੇ ਵਿਦਿਆਰਥੀ ਉਹਦਾ ਸਹੀ ਉੱਤਰ ਨਹੀਂ ਦਿੰਦੇ ਤਾਂ ਤੁਹਾਡੀ ਅਗਲੀ ਪ੍ਰਤੀਕਿਰਿਆ ਜਿਹੜੀ ਹੋਊਗੀ ਆਪਣੇ ਅਧਿਆਪਨ ਦੇ ਢੰਗ 'ਤੇ ਪੁਨਰ ਵਿਚਾਰ ਕਰਕੇ ਇਹਦੀ ਦੁਬਾਰਾ ਤੋਂ ਵਿਆਖਿਆ ਜਿਹੜੀ ਤੁਸੀਂ ਕਰੋਗੇ। ਅਗਲਾ ਪ੍ਰਸ਼ਨ ਹੈ, ਆਪਣੀ ਕਲਾਸ ਵਿੱਚ ਹੌਲੀ ਸਿੱਖਣ ਵਾਲੇ ਨਾਲ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਹੈ ਜਿਹੜਾ ਉਹ ਕਰੋਗੇ? ਉਸ ਨੂੰ ਨਜ਼ਰ ਅੰਦਾਜ਼ ਕਰੋਗੇ, ਉਸ ਨੂੰ ਵਧੇਰੇ ਹੋਮਵਰਕ ਦਿਓਗੇ, ਉਸ ਨੂੰ ਮਾਰੋਗੇ ਜਾਂ ਫਿਰ ਉਸ ਨਾਲ ਮਨੋਵਿਗਿਆਨਕ ਰੂਪ ਦੇ ਵਿੱਚ ਵਿਹਾਰ ਹੈ ਜਿਹੜਾ ਉਹ ਕਰੋਗੇ? ਤਾਂ ਇਹਦਾ ਰਾਈਟ ਆਨਸਰ ਆਏਗਾ ਜੀ ਆਪਸ਼ਨ 4, ਉਸ ਨਾਲ ਮਨੋਵਿਗਿਆਨਕ ਰੂਪ ਨਾਲ ਵਿਹਾਰ ਹੈ ਜਿਹੜਾ ਤੁਸੀਂ ਕਰੋਗੇ ਅਗਰ ਤੁਹਾਡੀ ਕਲਾਸ ਵਿੱਚ ਕੋਈ ਬੱਚਾ ਜਿਹੜਾ ਹੌਲੀ ਸਿੱਖਦਾ ਹੈ। ਅਗਲਾ ਪ੍ਰਸ਼ਨ ਹੈ, ਅਧਿਆਪਨ ਸਿੱਖਣ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਨ ਤੱਤ ਕਿਹੜਾ ਹੈ? ਸਿਖਿਆਰਥੀ, ਪੁਸਤਕਾਂ, ਸਰੀਰਕ ਸੁਵਿਧਾਵਾਂ ਜਾਂ ਫਿਰ ਪਾਠਕ੍ਰਮ। ਤਾਂ ਅਧਿਆਪਨ ਸਿੱਖਣ ਪ੍ਰਣਾਲੀ ਹੈ ਜੋ ਉਹਦਾ ਸਭ ਤੋਂ ਮਹੱਤਵਪੂਰਨ ਤੱਤ ਹੈ ਉਹ ਸਿਖਿਆਰਥੀ ਹੈ, ਜਿਹਨੂੰ ਆਪਾਂ ਲਰਨਰ ਕਿਹਾ ਜਾਂਦਾ ਹੈ। ਆਪਸ਼ਨ A ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਜਦੋਂ ਕੋਈ ਵਿਦਿਆਰਥੀ ਤੁਹਾਡੇ ਕੋਲੋਂ ਕਲਾਸ ਵਿੱਚ ਪ੍ਰਸ਼ਨ ਪੁੱਛਦਾ ਹੈ ਤਾਂ ਤੁਸੀਂ ਕੀ ਕਹੋਗੇ ਜਾਂ ਤੁਹਾਡੀ ਪ੍ਰਤੀਕਿਰਿਆ ਕੀ ਹੋਏਗੀ? ਉਸ ਨੂੰ ਕਲਾਸ ਤੋਂ ਬਾਅਦ ਆਪਣੇ ਕੋਲ ਆਉਣ ਲਈ ਕਹੋਗੇ ਜਾਂ ਇਹ ਕਹਿ ਕੇ ਮੂਰਖਤਾਪੂਰਨ ਪ੍ਰਸ਼ਨ ਹੈ ਉਸ ਨੂੰ ਨਿਰਉਤਸ਼ਾਹਿਤ ਕਰੋਗੇ ਜਾਂ ਉਸ ਦੇ ਉੱਦਮ ਦੀ ਸਹਾਰਨਾ ਕਰੋਗੇ ਕਿ ਉਸਨੇ ਪ੍ਰਸ਼ਨ ਪੁੱਛਿਆ ਅਤੇ ਉੱਤਰ ਦੀ ਵਿਆਖਿਆ ਕਰੋਗੇ ਜਾਂ ਫਿਰ ਕਿਸੇ ਹੋਰ ਵਿਦਿਆਰਥੀ ਨੂੰ ਉੱਤਰ ਦੇਣ ਲਈ ਕਹੋਗੇ? ਤਾਂ ਜੇਕਰ ਕੋਈ ਵਿਦਿਆਰਥੀ ਤੁਹਾਡੇ ਕੋਲੋਂ ਕਲਾਸ ਦੇ ਵਿੱਚ ਪ੍ਰਸ਼ਨ ਪੁੱਛਦਾ ਹੈ ਤਾਂ ਉਸ ਦੇ ਉੱਦਮ ਦੀ ਤੁਸੀਂ ਜਿਹੜਾ ਸਹਾਰਨਾ ਕਰੋਗੇ। ਤੀਜਾ ਜੋ ਆਪਸ਼ਨ ਆਪਣਾ ਰਾਈਟ ਆਨਸਰ ਬਣੇਗਾ, ਉਸ ਦੇ ਉੱਦਮ ਦੀ ਸਹਾਰਨਾ ਕਰੋਗੇ ਅਤੇ ਉਸ ਦੁਆਰਾ ਜੋ ਪ੍ਰਸ਼ਨ ਪੁੱਛਿਆ ਗਿਆ ਹੈ ਉਸ ਦੇ ਉੱਤਰ ਦੀ ਹੈ ਜਿਹੜੀ ਤੁਸੀਂ ਵਿਆਖਿਆ ਕਰੋਗੇ। ਅਗਲਾ ਪ੍ਰਸ਼ਨ ਹੈ, ਜਿਹੜਾ ਤੁਸੀਂ ਅੱਜ ਪੜ੍ਹਾਉਣਾ ਹੈ ਉਸ ਬਾਰੇ ਕਾਫੀ ਵਿਦਿਆਰਥੀਆਂ ਨੂੰ ਉਹ ਪਹਿਲਾਂ ਤੋਂ ਹੀ ਆਉਂਦਾ ਹੈ ਤਾਂ ਤੁਸੀਂ ਕੀ ਕਰੋਗੇ? ਉਹਨਾਂ ਵੱਲ ਧਿਆਨ ਨਾ ਦਿੰਦੇ ਹੋਏ ਲੈਕਚਰ ਦਿਓਗੇ, ਉਸੇ ਵਿਸ਼ੇ ਦੀ ਸਮੱਸਿਆ ਦੇ ਕੇ ਉਹਨਾਂ ਨੂੰ ਵਾਦ-ਵਿਵਾਦ ਕਰਨ ਲਈ ਕਹੋਗੇ ਜਾਂ ਫਿਰ ਉਸ ਪਾਠ ਵਿੱਚੋਂ ਪ੍ਰੀਖਿਆ ਲਵੋਗੇ ਜਾਂ ਉਹਨਾਂ ਨੂੰ ਖੇਡ ਦੇ ਮੈਦਾਨ ਵਿੱਚ ਲੈ ਜਾਓਗੇ? ਤਾਂ ਇਹਦਾ ਰਾਈਟ ਆਨਸਰ ਜਿਹੜਾ ਬਣੇਗਾ ਆਪਸ਼ਨ 2 ਬਣੇਗਾ। ਉਸੇ ਵਿਸ਼ੇ ਦੀ ਸਮੱਸਿਆ ਦੇ ਕੇ ਉਹਨਾਂ ਨੂੰ ਵਾਦ-ਵਿਵਾਦ ਕਰਨ ਲਈ ਕਹੋਗੇ। ਅਗਰ ਜੋ ਤੁਸੀਂ ਪੜ੍ਹਾਉਣਾ ਹੈ ਉਸ ਬਾਰੇ ਕਾਫੀ ਜ਼ਿਆਦਾ ਵਿਦਿਆਰਥੀ ਨੇ ਉਹਨਾਂ ਨੂੰ ਪਹਿਲਾਂ ਤੋਂ ਉਹ ਆਉਂਦਾ ਹੈ ਜੋ ਤੁਸੀਂ ਅੱਜ ਪੜ੍ਹਾਉਣਾ ਹੈ ਤਾਂ ਇਸ 'ਤੇ ਰਾਈਟ ਆਨਸਰ ਆਪਸ਼ਨ 2 ਬਣੇਗਾ। ਉਸੇ ਵਿਸ਼ੇ ਨਾਲ ਸੰਬੰਧਿਤ ਸਮੱਸਿਆ ਦੇ ਕੇ ਉਹਨਾਂ ਨੂੰ ਵਾਦ-ਵਿਵਾਦ ਕਰਨ ਲਈ ਕਹੋਗੇ। ਅਗਲਾ ਪ੍ਰਸ਼ਨ ਹੈ, ਅਧਿਆਪਕਾਂ ਦਾ ਵਿਦਿਆਰਥੀਆਂ ਪ੍ਰਤੀ ਵਰਤਾਓ ਪੂਰੀ ਤਰ੍ਹਾਂ ਹੋਣਾ ਚਾਹੀਦਾ ਹੈ। ਕਿਹੋ ਜਿਹਾ ਹੋਣਾ ਚਾਹੀਦਾ ਹੈ? ਹਮਦਰਦੀ ਭਰਿਆ, ਉਤਸ਼ਾਹਿਤ ਕਰਨ ਵਾਲਾ, ਰੋਹਬ ਵਾਲਾ ਜਾਂ ਫਿਰ ਕਠੋਰ ਅਤੇ ਸਖਤੀ ਵਾਲਾ? ਤਾਂ ਅਧਿਆਪਕਾਂ ਦਾ ਵਿਦਿਆਰਥੀਆਂ ਪ੍ਰਤੀ ਜਿਹੜਾ ਵਰਤਾਓ ਹੈ ਉਹ ਉਤਸ਼ਾਹਿਤ ਕਰਨ ਵਾਲਾ ਹੋਣਾ ਚਾਹੀਦਾ ਹੈ। ਆਪਸ਼ਨ 2 ਰਾਈਟ ਆਨਸਰ ਬਣੇਗਾ। ਵਿਦਿਆਰਥੀਆਂ ਦੀ ਸ਼ਕਤੀ ਦਾ ਉਥਾਨ ਕਰਨ ਲਈ ਅਧਿਆਪਕ ਨੂੰ ਚਾਹੀਦਾ ਹੈ ਕੀ ਕਰਨਾ ਚਾਹੀਦਾ ਹੈ? ਉਹਨਾਂ ਨੂੰ ਫੀਲਡ ਦੇ ਕੰਮ ਵਿੱਚ ਲਗਾਵੇ, ਉਹਨਾਂ ਕੋਲੋਂ ਪ੍ਰੋਜੈਕਟ ਕੰਮ ਕਰਵਾਵੇ ਜਾਂ ਉਹਨਾਂ ਨੂੰ ਵਧੇਰੇ ਲੈਬੋਰੇਟਰੀ ਕੰਮ ਦੇਵੇ ਜਾਂ ਫਿਰ ਉਪਰੋਕਤ ਸਾਰੇ? ਤਾਂ ਇਹਦਾ ਜਿਹੜਾ ਰਾਈਟ ਆਨਸਰ ਬਣੇਗਾ ਉਹ ਉਪਰੋਕਤ ਸਾਰੇ ਬਣੇਗਾ। ਉਹਨਾਂ ਨੂੰ ਫੀਲਡ ਦੇ ਕੰਮ ਵਿੱਚ ਹੀ ਲਗਾਵੇ,
ਉਹਨਾਂ ਕੋਲੋਂ ਪ੍ਰੋਜੈਕਟ ਦੇ ਕੰਮ ਹੁੰਦੇ ਜਿਹੜੇ ਉਹ ਵੀ ਕਰਵਾਏ ਜਾਣ, ਉਹਨਾਂ ਨੂੰ ਵਧੇਰੇ ਲੈਬੋਰੇਟਰੀ ਦੇ ਕੰਮ ਹੈ ਜਿਹੜੇ ਉਹ ਵੀ ਦਿੱਤੇ ਜਾਣ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੰਟੀਨਿਊ ਭਾਗ ਤੁਹਾਨੂੰ ਪ੍ਰੋਵਾਈਡ ਕਰਦੇ ਰਹਾਂਗੇ। ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਬਾਕੀ ਫਿਲਹਾਲ 24 ਦਸੰਬਰ ਨੂੰ ਜਿਹੜਾ ਟੈਟ ਦਾ ਐਗਜ਼ਾਮ ਹੋਣ ਜਾ ਰਿਹਾ ਹੈ, ਪਰ ਕਾਫੀ ਸਾਰੇ ਉਮੀਦਵਾਰ ਇਹ ਝਾਕ ਲਾਈ ਬੈਠੇ ਨੇ ਕਿ ਪੋਸਟਪੋਨ ਹੋਏਗਾ। ਫਿਲਹਾਲ ਚਾਂਸ ਕੋਈ ਨਹੀਂ ਨੇ। ਬਾਕੀ ਕੋਈ ਵੀ ਇੱਦਾਂ ਦੀ ਅਪਡੇਟ ਆਏਗੀ ਨਾਲ ਦੀ ਨਾਲ ਜਾਣਕਾਰੀ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਧੰਨਵਾਦ ਜੀ।